ਦਿੱਲੀ ਦੌਰੇ ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਂਡ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਕੀਤੀ ਮੀਟਿੰਗ। ਹਾਈ ਕਮਾਂਡ ਦੇ ਨਾਲ ਕੈਬਨਿਟ ਫੇਰਬਦਲ ਦੇ ਉੱਤੇ ਹੋ ਸਕਦੀ ਹੈ ਚਰਚਾ। ਥੋੜੀ ਦੇਰ ਬਾਅਦ ਮੀਟਿੰਗ। ਦਿੱਲੀ 'ਚ ਕੈਪਟਨ ਦਾ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਦਾ ਸਿਲਸਿਲਾ। 5 ਵਿਧਾਇਕਾਂ ਸਣੇ ਓਬੀਸੀ ਲੀਡਰਾਂ ਦੇ ਨਾਲ ਮੁਲਾਕਾਤ। ਮੀਟਿੰਗ ਦੇ ਵਿੱਚ ਉੱਠਿਆ ਸਰਕਾਰ 'ਚ ਨੁਮਾਇੰਦਗੀ ਦਾ ਮਸਲਾ। ਲੰਬੇ ਹੰਗਾਮੇ ਤੋਂ ਬਾਅਦ ਅੱਜ ਲੋਕ ਸਭਾ ਦੇ ਵਿੱਚ ਓਬੀਸੀ ਰਾਖਵਾਂਕਰਨ ਬਿੱਲ ਦੇ ਉੱਤੇ ਚਰਚਾ ਜਾਰੀ। ਵਿਰੋਧੀ ਕਰ ਚੁੱਕੇ ਨੇ ਸਮਰਥਨ ਦਾ ਐਲਾਨ। ਨਵੇਂ ਬਿੱਲ ਤੋਂ ਬਾਅਦ ਸੂਬਿਆਂ ਨੂੰ ਮਿਲੇਗਾ ਓਬੀਸੀ ਲਿਸਟ ਬਣਾਉਣ ਦਾ ਅਧਿਕਾਰ। ਆਮ ਆਦਮੀ ਪਾਰਟੀ ਦੇ ਵਫਦ ਨੇ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ। ਕੈਪਟਨ ਸਰਕਾਰ ਦੇ 5 ਮੰਤਰੀਆਂ ਦੇ ਖਿਲਾਫ ਕੀਤੀ ਸ਼ਿਕਾਇਤ। ਕਥਿਤ ਘੁਟਾਲਿਆਂ ਦੇ ਵਿੱਚ ਘਿਰੇ ਮੰਤਰੀਆਂ ਦੇ ਖਿਲਾਫ ਮੰਗੀ ਕਾਰਵਾਈ। ਸੰਸਦ ਦੇ ਅੰਦਰ ਅਤੇ ਬਾਹਰ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ। ਕਾਂਗਰਸ ਤੇ ਅਕਾਲੀ ਦਲ ਨੇ ਇਕੱਠੇ ਹੋ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਕੀਤਾ ਪ੍ਰਦਰਸ਼ਨ। ਪੀਐਮ ਨੂੰ ਕੀਤੀ ਅਪੀਲ, ਕਿਹਾ ਕਿਸਾਨਾਂ ਤੇ ਤਰਸ ਕਰੋ। ਗੁਰਨਾਮ ਚੜੂਨੀ ਤੇ ਕਿਸਾਨ ਆਗੂ ਹਰਿੰਦਰ ਲੱਖੋਵਾਲ ਦਾ ਵੱਡਾ ਬਿਆਨ, ਕਿਹਾ ਮੋਰਚਾ ਛੱਡ ਕੇ ਜਾਣ ਵਾਲਾ ਗੱਦਾਰ। ਗਠਿਤ ਕਮੇਟੀ ਕਰੇਗੀ ਚੜੂਨੀ ਦੇ ਨਾਲ ਗੱਲਬਾਤ, ਪਰ ਮੋਰਚੇ ਦਾ ਮਕਸਦ ਫਿਲਹਾਲ ਚੋਣਾਂ ਲੜਨਾ ਨਹੀਂ। ਕੋਵਿਡ ਕੇਸ ਆਉਣ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਨੇ ਬਸਤੀ ਜੋਧੇਵਾਲਾ ਦਾ ਸਕੂਲ ਕੀਤਾ ਬੰਦ। 24 ਅਗਸਤ ਤੱਕ ਬੰਦ ਰਹੇਗਾ ਸਕੂਲ। ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਕੂਲ ਦੇ ਵਿੱਚ ਹੀ ਹੋਣਗੇ ਟੈਸਟ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਸ਼ੁਰੂਆਤ ਦੇ ਵਿੱਚ ਸਿੱਧਾ ਲੈ ਕੇ ਚੱਲਦੇ ਤੁਹਾਨੂੰ ਲੋਕ ਸਭਾ, ਜਿੱਥੇ ਹਰਸਿਮਰਤ ਕੌਰ ਬਾਦਲ ਇਸ ਸਮੇਂ ਬੋਲ ਰਹੇ ਨੇ। ਨੌਕਰੀਆਂ 'ਚ ਮਿਲੋਗੇ, ਜਦ ਉਹਨਾਂ ਨੂੰ ਐਜੂਕੇਸ਼ਨ ਇੰਸਟੀਟਿਊਸ਼ਨ ਵਿੱਚ ਮਿਲੋਗੇ, ਤੇ ਫਿਰ ਸਾਡੇ ਭਾਵੇਂ ਸਾਡੇ ਸੈਣੀ ਹੋਣ, ਸਾਡੇ ਸਿੱਖ ਰਾਜਪੂਤ ਹੋਣ, ਸਾਡੇ ਸੁਨਿਆਰ ਹੋਣ, ਕਮੋਹ ਹੋਣ, ਲੁਬਾਨੇ ਹੋਣ, ਤਰਖਾਨ ਹੋਣ, ਰਾਮਗੜੀਆ, ਕੁਮਿਹਾਰ, ਪ੍ਰਜਾਪਤੀ ਹੋਣ, ਗੁੱਜਰ ਹੋਣ, ਤੇਲੀ ਹੋਣ, ਬੰਜਾਰੇ ਹੋਣ, ਲੋਹਾਰ ਹੋਣ, ਭਾਟ ਹੋਣ, ਅਰੀਅਨ ਹੋਣ, ਇਹਨਾਂ ਸਾਰਿਆਂ ਨੂੰ ਇਸ ਸੰਸ਼ੋਧਨ ਦੇ ਆਉਣ ਦੇ ਨਾਲ ਜਦ ਇਹਨਾਂ ਨੂੰ ਰਿਜ਼ਰਵੇਸ਼ਨ ਮਿਲੂਗੀ ਤੇ ਮੈਂ ਸਮਝਦੀ ਹਾਂ ਕਿ ਉਹਨਾਂ ਵਾਸਤੇ ਜਦ ਨੌਕਰੀਆਂ 'ਚ ਤੇ ਐਜੂਕੇਸ਼ਨ 'ਚ ਜਦ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੂ, ਬਹੁਤ ਵੱਡਾ ਬਲ ਮਿਲੂਗਾ ਕਿ ਸਰਕਾਰ ਆਪ ਆਪਣੇ ਓਬੀਸੀ ਦੀ ਲਿਸਟ ਬਣਾ ਸਕਦੀ ਹੈ, ਜਿਹਦੇ ਕਰਕੇ ਅਸੀਂ ਇਹਦਾ ਸਵਾਗਤ ਕਰਦੇ ਹਾਂ। ਲੇਕਿਨ ਇੱਥੇ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗੀ ਕਿ ਜੇ ਇਹ ਸੰਸ਼ੋਧਨ ਹੋ ਸਕਦਾ ਹੈ, ਇਹ ਅਧਿਕਾਰ ਮਿਲ ਸਕਦੇ ਨੇ, ਫਿਰ ਜਿਹੜੀ ਸਰਕਾਰ ਕਹਿੰਦੀ ਹੈਗੀ ਅੱਜ ਸਾਡੇ ਜਿਹੜੇ ਲੀਡ ਸਪੀਕਰ ਸੀਗੇ ਉਹਨਾਂ ਨੇ ਕਿਹਾ ਸੱਤਾ ਪੱਖ ਦੇ ਕਿ 27 ਓਬੀਸੀ ਦੇ ਮੰਤਰੀ ਬਣੇ ਨੇ। ਮੈਂ ਤਾਂ ਸਰਕਾਰ ਤੋਂ ਕੱਲਾ ਇੰਨਾ ਹੀ ਪੁੱਛਣਾ ਚਾਹਾਂਗੀ ਕਿ ਤੁਸੀਂ ਜੱਟ ਤੇ ਜਾਟ ਕਿੰਨੇ ਕੁ ਬਣਾਏ ਜਦ ਤੁਸੀਂ ਨਵੀਂ ਐਕਸਪੈਂਸ਼ਨ ਕੀਤੀ ਹੈ। ਅੱਜ ਤੁਸੀਂ ਕਹਿੰਦੇ ਹੋ ਸਭ ਦਾ ਸਾਥ, ਲੇਕਿਨ ਜਿਹੜੇ ਉਹ ਸੜਕਾਂ 'ਚ ਬੈਠੇ ਹੋਏ ਨੇ ਉਹਨਾਂ ਦਾ ਸਾਥ ਕੌਣ ਦੇ ਰਿਹਾ ਹੈ? ਤੁਸੀਂ ਕਹਿੰਦੇ ਹੋ ਸਭ ਦਾ ਵਿਕਾਸ, ਤੇ ਫਿਰ ਅੱਜ ਜੋ ਸੜਕਾਂ 'ਚ ਬੈਠੇ ਨੇ ਉਹਨਾਂ ਦਾ ਵਿਕਾਸ ਦਾ ਕੀ ਹੋਇਆ? ਅੱਜ ਪੈਟਰੋਲ ਦੀ ਕੀਮਤਾਂ ਕਿੱਥੇ ਪਹੁੰਚ ਗਿਆ, ਡੀਜ਼ਲ ਦੀ ਕੀਮਤਾਂ ਕਿੱਥੇ ਪਹੁੰਚ ਗਿਆ ਨੇ, ਅੱਜ ਖਾਦਾਂ ਦੀ ਕੀਮਤਾਂ ਕਿੱਥੇ ਪਹੁੰਚ ਗਿਆ ਨੇ। ਹਰੇਕ ਚੀਜ਼ ਦੀ ਕੀਮਤ ਵੱਧ ਕੇ ਵਾਅਦਾ ਤਾਂ ਕੀਤਾ ਸੀ ਇਸ ਸਰਕਾਰ ਨੇ 2022 ਤੱਕ ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰਨਗੇ, ਲੇਕਿਨ ਦੁੱਗਣਾ ਤਾਂ ਕੀ ਕੀਤਾ, ਸਾਰੀ ਮਹਿੰਗਾਈ ਨੂੰ ਦੁੱਗਣਾ ਕਰਕੇ ਉਹਨਾਂ ਦਾ ਬੋਝ 4 ਗੁਣਾ ਕਰ ਦਿੱਤਾ ਹੈ। ਤੇ ਫਿਰ ਕਾਲੇ ਕਾਨੂੰਨ ਲਾ ਕੇ ਇਹਨਾਂ ਦੇ ਢਿੱਡ 'ਚ, ਇਹਨਾਂ ਦੀ ਆਮਦਨ 'ਚ ਲੱਤ ਮਾਰਨ ਦਾ ਵੀ ਕੰਮ ਕੀਤਾ, ਜਿਹਦੇ ਕਰਕੇ ਲਗਾਤਾਰ ਇੱਥੇ ਕਿਸਾਨ ਦਾ ਅੰਦੋਲਨ ਚੱਲ ਰਿਹਾ। ਅੱਜ ਤੁਸੀਂ ਮੈਨੂੰ ਕਿਹਾ ਕਿ ਇਹਨੂੰ ਹਟਾ ਦਿਓ, ਮੈਨੂੰ ਐਲਾਨ ਦੀ ਲੋੜ ਕੀ ਪਈ ਹੈ? ਕਿਉਂਕਿ ਇਸ ਸਦਨ ਦਾ ਮੰਤਰੀ ਕਹਿੰਦਾ ਕਿ ਕਿਸਾਨੀ ਅੰਦੋਲਨ ਵਿੱਚ ਕਿਸੇ ਕਿਸਾਨ ਦੀ ਮੌਤ ਹੀ ਨਹੀਂ ਹੋਈ, ਤੇ ਆ ਜਿਹੜੇ ਸ਼ਹੀਦ ਹੋਏ ਨੇ ਇਹ ਕੌਣ ਹੈ? ਇਹਨਾਂ ਦੇ ਘਰ 'ਚ ਜਾ ਕੇ ਕੌਣ ਪੁੱਛੂਗਾ ਕਿ ਇਹ ਕਿਸ ਕਾਰਨ ਇੱਥੇ ਬੈਠੇ ਕਿਉਂ ਮਰੀ ਜਾ ਰਹੇ ਨੇ? ਅੱਜ ਕ੍ਰਿਸ਼ੀ ਕਾਨੂੰਨਾਂ ਦੇ ਕਾਰਨ ਜੇ ਤੁਸੀਂ ਇਹ ਚਰਚਾ ਕਰ ਸਕਦੇ ਹੋ ਤੇ ਫਿਰ ਰੋਜ਼ ਜਦ ਕਿਸੇ ਦੀ ਜਾਨ ਜਾ ਸਕਦੀ ਉਹ ਚਰਚਾ ਕਿਉਂ ਨਹੀਂ ਹੋ ਸਕਦੀ? ਇਸ ਪੱਖ ਨੂੰ ਮੈਂ ਪੁੱਛਣਾ ਚਾਹੁੰਦੀ ਜਿਨ੍ਹਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਅੱਜ ਹੋਰ ਬਥੇਰੀ ਗੱਲਾਂ ਹੋ ਸਕਦੀਆਂ ਨੇ। ਸਾਰਾ ਸਦਰ ਤੁਸੀਂ ਖਰਾਬ ਕਰਤਾ 3.5 ਹਫ਼ਤੇ ਕਿ ਤੁਸੀਂ ਜਾਸੂਸੀ ਦੀ ਚਰਚਾ ਕਰਨੀ ਹੈ। ਕਾਸ਼ ਇਹਨਾਂ ਨੇ ਅਲਾਉ ਕੀਤਾ ਹੁੰਦਾ ਕਿ ਜਿਹੜੇ 2 ਮੁੱਦੇ ਮੰਗ ਰਹੇ ਨੇ ਵਿਪਕਸ਼, ਕਿਸਾਨੀ ਕਾਨੂੰਨਾਂ ਦੇ ਸੰਘਰਸ਼ ਕਰਕੇ ਅੰਦੋਲਨ ਜਿਹੜਾ ਚੱਲਿਆ, ਜਿਹੜੇ ਕਿਸਾਨ ਮਰ ਰਹੇ ਨੇ, ਤੇ ਜਿਹੜੀ ਤੁਸੀਂ ਸਰਕਾਰ ਜਾਸੂਸੀ ਕਰ ਰਹੀ ਹੈ, ਅੱਜ ਉਹਦੀ ਚਰਚਾ ਕਿਉਂ ਨਹੀਂ ਹੋ ਸਕਦੀ ਸੀ? ਕਿਉਂਕਿ ਇਸ ਸਰਕਾਰ 'ਚ ਡਿਕਟੇਟਰਸ਼ਿਪ ਕੱਲਾ ਜਿਹੜਾ ਆ ਚਾਹੁੰਦੇ ਤਾਂ ਹੀ ਇਹ ਸਰਕਾਰ ਦੀ ਉਹ ਸਦਨ ਚੱਲਦਾ ਹੈ, ਉਹੀ ਚਰਚਾ ਹੁੰਦੀ ਹੈ, ਦੂਜੀ ਚਰਚਾ ਨਹੀਂ ਹੋ ਸਕਦੀ। ਅੱਜ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਜ਼ਰੂਰ
ਇਹ ਚਰਚਾ ਅੱਜ ਇਹ ਸਦਨ ਚੱਲਿਆ ਹੈਗਾ। ਤੁਸੀਂ ਇਹ ਕਾਲੇ ਕਾਨੂੰਨਾਂ ਕਰਕੇ ਜਿਹੜੇ ਇੱਥੇ ਲੋਕੀ ਕਿਸਾਨ ਮਰੀ ਜਾ ਰਹੇ ਨੇ ਉਹਨਾਂ ਦੀ ਚਰਚਾ ਵੀ ਜ਼ਰੂਰ ਕਰੋ। ਨਾਲੇ ਜਿਹੜੇ ਇਸ ਕ੍ਰਿਸ਼ੀ ਕਾਨੂੰਨ ਦੇ ਨਾਲ ਜਿਹੜਾ ਕੋਈ ਚੰਗਾ ਮਾਡਲ ਕਿਸੇ ਰਾਜ 'ਚ ਚੱਲਦਾ ਹੈ ਉਸ ਮਾਡਲ ਨੂੰ ਬਾਕੀ ਦੇਸ਼ 'ਚ ਤੁਸੀਂ ਰੈਪਲੀਕੇਟ ਕਰੋ, ਨਾ ਕਿ ਚਲਦੇ ਚਲਾਏ ਮਾਡਲ 'ਚ ਉਹਨੂੰ ਤੈਸ਼-ਨੈਸ਼ ਕਰਕੇ ਸਾਰਾ ਸਿਸਟਮ ਸਾਰਾ ਢਾਂਚਾ ਹਟਾ ਕੇ ਰੱਖ ਦੋ। ਜਿਵੇਂ ਤੁਸੀਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਜਾਣਗੇ, ਉਹ बेचारे मजदूर जिन्हां दे कोल जमीन नहीं है वो अपने ठेके 'च जमीन लैके अपनी मजदूरी करके कमाते ने। तुसीं कहंदे पैसे तो सीधे किसान के खाते 'च जाओगे तो बेचारा मजदूर जिहड़ी मजदूरी करके ठेके 'च करदा उहनूं पैसे कित्थों मिलणगे? सारा सिस्टम तुसीं खराब कर रहे हो। मैं सरकार नूं बेनती करदी हां कि किसानां दी मंगां भी पूरी करो, उहनां दी हत्या बंद करो। 2022 च आमदन दुगनी करन दी गल कीती सी, आमदन किसान दी तुसीं खत्म ना करो। जय किसान जय जवान, किसान मजदूर एकता जिंदाबाद। थैंक यू ऑनरेबल मेंबर शिवराव जाति। धन्यवाद अध्यक्ष महोदय। 127 संशोधन विधेयकाचं अंशतः समर्थन करण्यासाठी मुद्दा या जो ठिकाणी जिस उभा ਦੇ आहे। ਉੱਤੇ ਜ਼ਿਕਰ ਹੋ ਰਹੀ ਸੀ OBC ਬਿੱਲ ਦੇ ਉੱਤੇ, ਰਾਖਵਾਂਕਰਨ ਬਿੱਲ ਦੇ ਉੱਤੇ ਪੂਰੀ ਚਰਚਾ ਇਸ ਸਮੇਂ ਲੋਕ ਸਭਾ ਦੇ ਵਿੱਚ ਜਾਰੀ ਹੈ ਤੇ ਬੋਲਣ ਦਾ ਮੌਕਾ ਹਰਸਿਮਰਤ ਕੌਰ ਬਾਦਲ ਨੂੰ ਵੀ ਉੱਥੇ ਮਿਲਿਆ। ਲੋਕ ਸਭਾ ਦੇ ਮੈਂਬਰ ਨੇ ਤੇ ਇਸ ਵਿਚਾਲੇ ਉਹਨਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਕਿ ਸੰਸਦ ਦੇ ਵਿੱਚ ਕਿਸਾਨਾਂ ਦਾ ਮੁੱਦਾ ਉਸ ਦੇ ਉੱਤੇ ਚਰਚਾ ਕਿਉਂ ਨਹੀਂ ਹੋ ਰਹੀ। ਤਾਂ ਅਕਾਲੀ ਦਲ ਦੇ ਵੱਲੋਂ ਇਸ ਮੁੱਦੇ ਨੂੰ ਚੁੱਕਿਆ ਗਿਆ ਲੋਕ ਸਭਾ ਦੇ ਅੰਦਰ ਕਿ ਸਦਨ ਦੇ ਵਿੱਚ ਕਿਸਾਨਾਂ ਦੀ ਗੱਲ ਕਿਉਂ ਨਹੀਂ ਹੋ ਰਹੀ ਤੇ ਇਹ ਵੀ ਸਰਕਾਰ ਨੂੰ ਸਵਾਲ ਕੀਤਾ ਗਿਆ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਸਭ ਦਾ ਸਾਥ ਸਭ ਦਾ ਵਿਕਾਸ, ਤਾਂ ਫਿਰ ਇਸ ਵਿਚਾਲੇ ਉਹਨਾਂ ਦੀ ਸਾਰ ਕਿਉਂ ਨਹੀਂ ਲਈ ਜਾ ਰਹੀ ਜੋ ਸੜਕਾਂ ਦੇ ਉੱਤੇ ਬੈਠੇ ਨੇ, ਜੋ ਪ੍ਰਦਰਸ਼ਨ ਕਰ ਰਹੇ ਨੇ, ਜੋ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਤੇ ਨਾਲ ਹੀ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਵਾਲੇ ਵਾਅਦੇ ਨੂੰ ਲੈ ਕੇ ਵੀ ਹਰਸਿਮਰਤ ਬਾਦਲ ਨੇ ਜ਼ਿਕਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜ਼ਿਕਰ ਤੁਸੀਂ ਕਰ ਰਹੇ ਸੀ ਕਿ ਅਸੀਂ 2022 ਦੇ ਵਿੱਚ ਦੁੱਗਣੀ ਕਰ ਦੇਵਾਂਗੇ ਆਮਦਨ, ਪਰ ਉਸ ਦਾ ਕੀ ਹੋਇਆ? ਉਹ ਕਿਵੇਂ ਹੋਏਗੀ ਦੁੱਗਣੀ ਆਮਦਨ? ਮਹਿੰਗਾਈ ਦੇ ਮੁੱਦੇ ਉੱਤੇ ਵੀ ਹਰਸਿਮਰਤ ਕੌਰ ਬਾਦਲ ਬੋਲੇ ਨੇ, ਕੇਂਦਰ ਦੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਕਿ ਸੜਕਾਂ ਤੇ ਬੈਠੇ ਲੋਕਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ, ਉਹਨਾਂ ਦੀ ਗੱਲ ਕਿਉਂ ਸੰਸਦ ਦੇ ਅੰਦਰ ਨਹੀਂ ਹੋ ਰਹੀ। ਹਰਸਿਮਰਤ ਬਾਦਲ ਨੇ ਕਾਂਗਰਸ ਨੂੰ ਵੀ ਘੇਰਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ 3.5 ਹਫ਼ਤੇ ਵਿਰੋਧੀਆਂ ਨੂੰ, ਜਿਹੜੇ ਬੀਜੇਪੀ ਦੇ ਵਿਰੋਧੀ ਨੇ ਇਸ ਸਮੇਂ, ਉਹਨਾਂ ਨੂੰ ਵੀ ਘੇਰਦੇ ਹੋਏ ਨਜ਼ਰ ਆਏ ਹਰਸਿਮਰਤ ਕੌਰ ਬਾਦਲ ਤੇ ਉਹਨਾਂ ਨੇ ਕਿਹਾ ਕਿ ਤੁਸੀਂ 3.5 ਹਫ਼ਤੇ ਪੂਰੇ ਪਾਰਲੀਮੈਂਟ ਇਜਲਾਸ ਦੇ ਖਰਾਬ ਕਰ ਦਿੱਤੇ ਤੇ ਕਿਸਾਨਾਂ ਦੇ ਮੁੱਦੇ ਉੱਤੇ ਚਰਚਾ ਨਹੀਂ ਹੋਣ ਦਿੱਤੀ ਤੇ ਤੁਸੀਂ ਜਾਸੂਸੀ ਕਾਂਡ ਨੂੰ ਲੈ ਕੇ ਹੀ ਜਿਹੜਾ ਅੰਦਰ ਰੌਲਾ ਪਾਉਂਦੇ ਰਹੇ। ਤਾਂ ਖੈਰ ਕਿਸਾਨਾਂ ਦੀ ਗੱਲ ਕੀ ਬਾਕੀ ਉਸ ਦੇ ਉੱਤੇ ਚਰਚਾ ਹੋਏਗੀ, ਕਦੋਂ ਹੋਏਗੀ? ਕਿਉਂਕਿ ਤਕਰੀਬਨ ਆਖਰੀ ਪੜਾਅ ਦੇ ਵਿੱਚ ਪਹੁੰਚ ਚੁੱਕਿਆ ਹੁਣ ਪਾਰਲੀਮੈਂਟ ਦਾ ਮੌਨਸੂਨ ਇਜਲਾਸ 13 ਤਰੀਕ ਤੱਕ ਹੈ ਤੇ ਹਰਸਿਮਰਤ ਕੌਰ ਬਾਦਲ ਨੇ ਸਰਕਾਰ ਨੂੰ ਵੀ ਘੇਰਿਆ, ਕੇਂਦਰ ਦੀ ਸਰਕਾਰ ਯਾਨੀ ਬੀਜੇਪੀ ਨੂੰ ਵੀ ਘੇਰਿਆ ਤੇ ਦੂਜੇ ਪਾਸੇ ਕਾਂਗਰਸ ਨੂੰ। ਹੁਣ ਅੱਗੇ ਵਧਦੇ ਤੇ ਗੱਲ ਨਵਜੋਤ ਸਿੰਘ ਸਿੱਧੂ ਦੀ ਕਰਾਂਗੇ। ਸਿੱਧੂ ਦੀ OBC ਲੀਡਰਾਂ ਦੇ ਨਾਲ ਮੀਟਿੰਗ ਜਾਰੀ ਹੈ। ਜੀ ਹਾਂ, ਮੀਟਿੰਗ ਦੇ ਵਿੱਚ 5 ਵਿਧਾਇਕ ਵੀ ਸ਼ਾਮਲ ਹੋਏ ਨੇ। ਮੀਟਿੰਗ ਦੇ ਵਿੱਚ ਸਰਕਾਰ 'ਚ ਨੁਮਾਇੰਦਗੀ ਦਾ ਮਸਲਾ ਉੱਠਿਆ ਹੈ। ਲਗਾਤਾਰ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਦਾ ਮੁਲਾਕਾਤਾਂ ਕਰ ਰਹੇ ਨੇ ਜਿਹੜੇ ਵਿਧਾਇਕ ਨੇ ਜਾਂ ਹੋਰ ਪਾਰਟੀ ਦੇ ਆਗੂ ਨੇ ਉਹਨਾਂ ਦੇ ਨਾਲ। ਇਸ ਤੋਂ ਪਹਿਲਾਂ ਦਲਿਤ ਵਿਧਾਇਕਾਂ ਦੇ ਨਾਲ ਗੱਲਬਾਤ ਉਹਨਾਂ ਨੇ ਕੀਤੀ ਸੀ ਤੇ ਹੁਣ ਜਿਹੜੇ OBC ਭਾਈਚਾਰੇ ਦੇ ਨਾਲ ਜੁੜੇ ਹੋਏ ਵਿਧਾਇਕ ਨੇ ਜਾਂ ਹੋਰ ਆਗੂ ਨੇ ਉਹਨਾਂ ਦੇ ਨਾਲ ਮੀਟਿੰਗ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ। ਤੇ ਇਸ ਸਮੇਂ ਜੋ ਜਾਣਕਾਰੀ ਹੈ ਕਿ ਇਸ ਮੀਟਿੰਗ ਦੇ ਵਿੱਚ ਮੁੱਦਾ ਉੱਠਿਆ ਹੈ ਕਿ ਸਰਕਾਰ ਦੇ ਵਿੱਚ ਕਿੰਨੀ ਰਿਪਰੈਜ਼ੈਂਟੇਸ਼ਨ ਮਿਲੀ ਹੋਈ ਹੈ OBC ਵਰਗ ਨੂੰ, ਤਾਂ ਉਸ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਮੰਥਨ ਤੇ ਚਰਚਾਵਾਂ ਹੋਈਆਂ ਨੇ। ਸਾਰੇ ਪੰਜਾਬ ਦੇ OBC ਦੇ ਜੋ ਸਾਡੇ MLA ਸਾਹਿਬਾਨ ਸਨ, ਜ਼ਿਲ੍ਹਿਆਂ ਦੇ ਪ੍ਰਧਾਨ ਸਨ, ਉਹ ਅੱਜ ਇੱਥੇ ਹੋਏ। ਅੱਜ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਨੇ ਤੇ ਅਸੀਂ ਉਹਨਾਂ ਦੀ ਗੱਲਬਾਤ ਸੁਣੀ ਤੇ ਉਹਨਾਂ ਨਾਲ ਸੰਗਠਨ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ। ਉਹਨਾਂ ਨੇ ਕਿਹਾ ਸਾਨੂੰ ਸੰਗਠਨ ਦੇ ਵਿੱਚ ਵੀ ਪ੍ਰਤੀਨਿਧਤਾ ਦਿੱਤੀ ਜਾਵੇ। ਕੋਈ ਸਾਡਾ ਪੰਜਾਬ ਦੇ ਵਿੱਚ ਲਗਭਗ 31% ਜਾਂ 28% ਅਸੀਂ ਹੁੰਦੇ ਹਾਂ। ਸਿੱਧੂ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਸੰਗਠਨ ਦੇ ਵਿੱਚ ਉਹਨਾਂ ਨੂੰ ਜ਼ਰੂਰ ਕਰਾਂਗੇ। ਕੈਬਨਿਟ 'ਚ ਵੀ ਫੇਰ ਬਦਲ ਹੋਣੇ ਹੈ। ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਹੋਏ ਨੇ। ਇਹ ਕਿਹਾ ਜਾ ਰਿਹਾ ਕਿ OBC ਦੇ ਕਿਸੇ ਵੀ ਲੀਡਰ ਨੂੰ ਮੰਤਰੀ ਨਹੀਂ ਲਗਾਇਆ ਗਿਆ। ਇਹ ਵੀ ਮਸਲਾ ਉੱਠਿਆ ਨਹੀਂ, ਇਹ ਨਹੀਂ ਕੋਈ ਗੱਲ ਕੀਤੀ। ਇਹ ਤਾਂ ਹੁਣ ਜਦੋਂ ਨਵੀਂ ਚੇਂਜ ਹੋਊਗੀ ਉਹ ਦੱਸ ਦੇਣਗੇ। ਉਹ ਹਾਲੇ ਇਹਦੇ ਬਾਰੇ ਕੋਈ ਗੱਲ ਨਹੀਂ ਹੋਈ। ਕੋਈ ਕੈਬਨਿਟ ਦੀ ਗੱਲ ਨਹੀਂ ਹੋਈ। ਇਹ ਸਿਰਫ ਅੱਜ ਪਾਰਟੀ ਦੀ ਮੀਟਿੰਗ ਸੀ। ਨਵਜੋਤ ਸਿੱਧੂ ਜੀ ਜਿਹੜੇ ਪਾਰਟੀ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਨਾਲ ਜਿਹੜੇ ਐਕਟਿੰਗ ਪ੍ਰੈਜ਼ੀਡੈਂਟ ਨੇ,
ਉਹਨਾਂ ਨੇ ਅੱਜ ਮੀਟਿੰਗ ਲਈ ਸੀ ਸਿੰਪਲ OBCs ਦੀ ਤੇ ਤਾਂ ਜਿਹੜੀ ਤੁਸੀਂ ਸਰਕਾਰ ਕੀ OBC ਲੀਡਰ ਕੀ ਚਾਹ ਰਹੇ ਨੇ ਕਿ ਸਰਕਾਰ 'ਚ ਜਗ੍ਹਾ ਮਿਲੀ ਹੈ ਜੋ 4.5 ਸਾਲ 'ਚ ਮਿਲਣਾ ਹੈ? ਤੁਸੀਂ ਕਹਿੰਦੇ ਰਹੇ ਹੋ ਕਿ ਅਫਸਰ ਤਾਂ ਸੁਣਦੇ ਹੀ ਨਹੀਂ, ਸਾਡਾ MLA ਦੀ ਕੋਈ ਅਫਸਰ ਸੁਣਦੇ ਨਹੀਂ, ਤੁਸੀਂ ਸੁਣਵਾਈ ਕਰਵਾਓ। ਸੁਣਨ ਲੱਗਣਗੇ, ਪਹਿਲੀ ਵਾਰੀ MLA ਬਣਿਆ, ਥੋੜਾ ਜਿਹਾ ਤਾਂ ਇਸ ਤਰ੍ਹਾਂ ਦਾ ਹੁੰਦਾ, ਬਾਕੀ ਵਰਕਿੰਗ ਸਾਰਿਆਂ ਦੀ ਡਿਫਰੈਂਟ ਹੁੰਦੀ ਹੈ। ਸੋ ਮੈਂ ਸਮਝਦਾ ਕਿ ਨਵਜੋਤ ਸਿੱਧੂ ਜੀ ਦੇ ਆਉਣ ਨਾਲ ਫਰਕ ਵੀ ਪਿਆ ਹੈਗਾ, ਪਾਰਟੀ ਦੇ ਵਿੱਚ ਵੀ ਫਰਕ ਹੈ, ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ। ਸੋ ਅੱਜ ਵੀ ਜਿਹੜੀ ਅੰਦਰ ਗੱਲਬਾਤ ਹੋਈ ਹੈ ਬੜੇ ਉਤਸ਼ਾਹ ਵਾਲੇ ਦੇਖੋ ਰਿਪਰੈਜ਼ੈਂਟੇਸ਼ਨ OBC ਕੈਟਾਗਰੀ ਨੂੰ ਨਾਮ ਮਿਲਣਾ ਇੱਕ ਓਪਨ ਫੈਕਟ ਆ। ਲਗਭਗ 31% ਜਿਹੜੀ ਪੰਜਾਬ ਦੀ ਪੋਪੂਲੇਸ਼ਨ ਆ ਐਸ ਪਰ 2011 ਦੀ ਸੈਂਸਸ ਦੇ ਮੁਤਾਬਕ ਉਹ OBC ਕੈਟਾਗਰੀ ਦੀ ਆ ਔਰ ਅਨਫੋਰਚੂਨੇਟਲੀ ਪੰਜਾਬ ਕੈਬਨਿਟ ਵਿੱਚ ਇਸ ਵਾਰੀ ਦੀ ਸਰਕਾਰ 'ਚ OBC ਨੂੰ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਮਿਲੀ। ਸੋ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ, ਕਾਂਗਰਸ ਪਾਰਟੀ ਦੇ ਵਰਕਰਾਂ ਦੇ ਮਨ 'ਚ ਇਸ ਗੱਲ ਦਾ ਰੋਸ਼ ਆ। ਸੋ ਜਿਹੜੀ ਕੋਈ ਕਮੀ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਰਹੀ ਆ, ਮੈਂ ਸਮਝਦਾ ਕਿ ਕਾਂਗਰਸ ਹਾਈ ਕਮਾਂਡ ਨੇ ਜਿਹੜਾ ਹੁਣੇ ਫੈਸਲਾ ਲਿਆ, ਸਿੱਧੂ ਸਾਹਿਬ ਜੀ ਨੂੰ ਕਮਾਂਡ ਦਿੱਤੀ ਆ, ਇਹਦੇ ਨਾਲ ਇੱਕ ਆਸ ਦੀ ਜਿਹੜੀ ਕਿਰਨ ਜਾਗੀ ਆ ਔਰ ਇਹ ਜਿਹੜੀਆਂ ਕਮੀਆਂ ਜਿਹੜੀਆਂ ਰਹੀਆਂ ਸੀਗੀਆਂ ਇਹ ਆਉਣ ਵਾਲੇ ਸਮੇਂ 'ਚ ਜ਼ਰੂਰ ਦੂਰ ਹੋਊਗੀ। ਰੁਕ ਕਰਦੇ ਹਾਂ ਪੰਕਜ ਕਪਾਹੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਪੰਕਜ, ਕੀ ਨਿਚੋੜ ਕੱਢਿਆ ਜਾਵੇ ਇਸ ਮੀਟਿੰਗ ਦਾ? ਸਿਰਫ ਵਿਧਾਇਕਾਂ ਦੇ ਨਾਲ ਜਾਂ ਪਾਰਟੀ ਆਗੂਆਂ ਨਾਲ ਸਿੱਧੂ ਗੱਲਬਾਤ ਕਰ ਰਹੇ ਨੇ? ਕਿਉਂਕਿ ਇਹ ਉਹ ਵਿਧਾਇਕ ਵੀ ਹੈਗੇ ਨੇ ਜਿਹੜੇ ਸਰਕਾਰ 'ਚ ਨੁਮਾਇੰਦਗੀ ਨੂੰ ਲੈ ਕੇ, OBC ਵਰਗ ਦੀ ਨੁਮਾਇੰਦਗੀ ਨੂੰ ਲੈ ਕੇ ਪਹਿਲਾਂ ਵੀ ਸਵਾਲ ਚੁੱਕ ਚੁੱਕੇ ਨੇ। ਬਿਲਕੁਲ ਅੱਜ OBC ਕੈਟਾਗਰੀ ਦੇ ਜਿਹੜੇ ਵਰਕਰ ਨੇ, MLA ਨੇ, ਪ੍ਰਧਾਨ ਨੇ, ਉਹਨਾਂ ਦੇ ਨਾਲ ਮੀਟਿੰਗ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਹੋਈ ਹੈ, ਆਪਣੀ ਗੱਲਬਾਤ ਰੱਖੀ ਹੈ ਔਰ ਇੱਕ ਵੱਡਾ ਮਸਲਾ ਜਿਹੜਾ ਵਾ ਉਹ ਗੁਰਿੰਦਰਪਾਲ ਸਿੰਘ ਬਿੱਲਾ ਹੋਰਾਂ ਨੇ ਜੋ OBC ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ, ਉਹਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਜਿਸ ਤਰੀਕੇ ਦੇ ਨਾਲ ਦਲਿਤ ਭਾਈਚਾਰੇ ਦੀ ਰਿਜ਼ਰਵੇਸ਼ਨ ਹੈ ਸੀਟਾਂ ਨੂੰ ਲੈ ਕੇ, ਉਸੇ ਤਰੀਕੇ ਨਾਲ OBC ਭਾਈਚਾਰੇ ਦੀ ਵੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਕਿ ਇੰਨੀਆਂ ਸੀਟਾਂ ਜਿਹੜੀਆਂ ਨੇ, ਤਕਰੀਬਨ 20 ਦੇ ਕਰੀਬ ਸੀਟਾਂ ਜਿਹੜੀਆਂ ਨੇ OBC ਭਾਈਚਾਰੇ ਨੂੰ ਮਿਲਣੀਆਂ ਚਾਹੀਦੀਆਂ ਨੇ। ਇਹ ਗੱਲ ਜਿਹੜੀ ਆ ਮੁੱਖ ਮੰਤਰੀ ਦੇ ਸਾਹਮਣੇ ਰੱਖਣੀ ਚਾਹੀਦੀ ਹੈ, ਗੱਲ ਵਿਧਾਨ ਸਭਾ ਦੇ ਵਿੱਚ ਰੱਖਣੀ ਚਾਹੀਦੀ ਹੈ ਔਰ ਇਸ ਵੇਲੇ 11 ਸੀਟਾਂ ਜਿਹੜੀਆਂ ਨੇ ਉਹ OBC ਸਮਾਜ ਨੂੰ ਦਿੱਤੀਆਂ ਹੋਈਆਂ ਨੇ, ਲੇਕਿਨ ਕਿਸੇ ਵੀ ਤਰੀਕੇ ਨਾਲ ਕੋਈ ਰਿਜ਼ਰਵੇਸ਼ਨ ਨਹੀਂ ਹੈ। ਲੇਕਿਨ ਹੁਣ ਇਹ ਮੰਗ ਕੀਤੀ ਜਾ ਰਹੀ ਹੈ ਕਿ ਰਿਜ਼ਰਵੇਸ਼ਨ ਜਿਹੜੀ ਹੈ ਉਹ OBC ਕੈਟਾਗਰੀ ਦੇ ਜਿਹੜੇ ਲੋਕ ਨੇ, ਕਿਉਂਕਿ ਇੱਕ ਵੱਡੀ ਪੋਪੂਲੇਸ਼ਨ ਜਿਹੜੀ OBC ਭਾਈਚਾਰੇ ਦੀ ਹੈ, ਤਾਂ ਉਹਦੀ ਰਿਜ਼ਰਵੇਸ਼ਨ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ ਔਰ ਇਸ ਦੇ ਨਾਲ ਸਰਕਾਰ ਦੇ ਵਿੱਚ ਵੀ ਇੱਕ ਵੀ ਮੰਤਰੀ OBC ਭਾਈਚਾਰੇ ਦਾ ਨਹੀਂ ਹੈ, ਉਸ ਦੇ ਵਿੱਚ ਵੀ ਥਾਂ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਸ਼ੁਕਰੀਆ ਪੰਕਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ। ਜਿਹੜਾ OBC ਭਾਈਚਾਰਾ ਉਹਨਾਂ ਦੇ ਨਾਲ ਜੁੜੇ ਹੋਏ ਜਿਹੜੇ ਵਿਧਾਇਕ ਨੇ ਉਹ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਸੀ। ਮੁੱਦਾ ਉੱਠਿਆ ਕਿ ਸਰਕਾਰ ਦੇ ਵਿੱਚ ਯਾਨੀ ਕੈਬਨਿਟ ਦੇ ਵਿੱਚ ਜਿਹੜੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਉਹ ਨਹੀਂ ਹੈ, ਉਸ ਨੂੰ ਲੈ ਕੇ ਸਵਾਲ ਉੱਠੇ ਨੇ। ਤਾਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਦੇ ਵਿੱਚ OBC ਆਗੂਆਂ ਦੇ ਨਾਲ ਮੁਲਾਕਾਤ ਕਰਦੇ ਨਜ਼ਰ ਆਏ ਤਾਂ ਦੂਜੇ ਪਾਸੇ ਦਿੱਲੀ ਪਹੁੰਚੇ ਹੋਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਹਾਈ ਕਮਾਂਡ ਦੇ ਨਾਲ ਮੰਥਨ 5 ਵਜੇ ਦੇ ਕਰੀਬ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਣੀ ਹੈ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਦੱਸ ਦਈਏ ਕਿ 7 ਵਜੇ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਹੋਵੇਗੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ। ਵੱਡੀ ਖਬਰ ਹੈ ਤੇ ਮੁਲਾਕਾਤਾਂ ਦਾ ਦੌਰ ਜਾਰੀ ਹੈ ਇਸ ਸਮੇਂ। ਤਾਂ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਦੇ ਵਿੱਚ ਲੱਗੇ ਹੋਏ ਨੇ, ਪੰਜਾਬ ਦੇ ਵਿੱਚ ਸਿੱਧੂ ਮੁਲਾਕਾਤਾਂ ਕਰ ਰਹੇ ਨੇ ਤਾਂ ਦੂਜੇ ਪਾਸੇ ਦਿੱਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੋਰਚਾ ਸੰਭਾਲਿਆ ਹੈ। ਦਿੱਲੀ 'ਚ ਹਾਈ ਕਮਾਂਡ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਨੇ ਤੇ ਇਸ ਮੁਲਾਕਾਤ ਤੋਂ ਬਾਅਦ ਅਮਿਤ ਸ਼ਾਹ ਹੋਰਾਂ ਦੇ ਨਾਲ ਵੀ ਮੁਲਾਕਾਤ ਉਹਨਾਂ ਦੀ ਹੋਣੀ ਹੈ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਖੇਤੀ ਬਿੱਲਾਂ ਦੇ ਉੱਤੇ ਰਾਜ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਨੇ ਤੇ ਰਾਜ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਸਦਨ ਦੇ ਵਿੱਚ ਵੇਲ ਦੇ ਵਿੱਚ ਉਤਰੇ ਨੇ MP ਪ੍ਰਤਾਪ ਬਾਜਵਾ। ਬਿੱਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਨਾਰਾਜ਼ਗੀ ਜਤਾਈ ਗਈ। ਰਾਜ ਸਭਾ ਦੇ ਮੈਂਬਰ ਨੇ ਪ੍ਰਤਾਪ ਬਾਜਵਾ, ਕਾਂਗਰਸੀ ਆਗੂ, ਉਹਨਾਂ ਦੇ ਵੱਲੋਂ ਜਾ ਕੇ ਜਿਹੜੀ ਨਾਰਾਜ਼ਗੀ ਬਿੱਲਾਂ ਨੂੰ ਲੈ ਕੇ ਜਤਾਈ ਗਈ ਹੈ ਤਾਂ ਰਾਜ ਸਭਾ ਦੇ ਵਿੱਚ ਵੀ ਖੇਤੀ ਬਿੱਲਾਂ ਦੇ ਮੁੱਦੇ ਉੱਤੇ ਗੱਲ ਹੋਈ ਤੇ ਜ਼ੋਰਦਾਰ ਹੰਗਾਮਾ ਹੁੰਦਾ ਨਜ਼ਰ ਆਇਆ। ਤਾਂ ਤਸਵੀਰਾਂ ਦੱਸ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਪ੍ਰਤਾਪ ਬਾਜਵਾ ਵੇਲ ਦੇ ਵਿੱਚ ਪਹੁੰਚੇ ਤੇ ਟੇਬਲ ਦੇ ਉੱਤੇ ਵੀ ਚੜੇ ਹੋਏ ਨਜ਼ਰ ਆ ਰਹੇ ਨੇ।
ਉਹਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਤੇ ਜ਼ਬਰਦਸਤ ਹੰਗਾਮਾ ਕਾਂਗਰਸ ਦੇ ਵੱਲੋਂ ਰਾਜ ਸਭਾ ਦੇ ਵਿੱਚ ਵੀ ਕੀਤਾ ਗਿਆ। ਬਿੱਲ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਤੇ ਇੱਕ ਫਾਈਲ ਸੁੱਟੀ ਗਈ ਹੈ। ਪ੍ਰਤਾਪ ਬਾਜਵਾ ਇੱਕ ਫਾਈਲ ਸੁੱਟਦੇ ਹੋਏ ਨਜ਼ਰ ਆ ਰਹੇ ਨੇ। ਇਹ ਲੱਗ ਰਿਹਾ ਕਿ ਜਿਹੜੇ ਰਾਜ ਸਭਾ ਦੇ ਵਿੱਚ ਇਹ ਜ਼ਬਰਦਸਤ ਹੰਗਾਮਾ ਹੋਇਆ। ਵੱਡੀ ਖਬਰ ਹੈ ਇਸ ਸਮੇਂ ਦੀਆਂ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ। ਪ੍ਰਤਾਪ ਬਾਜਵਾ ਵੱਡੇ ਲੀਡਰ ਨੇ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ, ਤੇ ਉਹਨਾਂ ਦੇ ਵੱਲੋਂ ਰਾਜ ਸਭਾ ਮੈਂਬਰ ਨੇ, ਉਹਨਾਂ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ। ਵੇਲ ਦੇ ਵਿੱਚ ਆ ਗਏ ਰਾਜ ਸਭਾ ਦੇ ਵਿੱਚ ਇਹ ਸਾਰੇ ਐਮਪੀਜ਼ ਤੇ ਕਾਂਗਰਸ ਦੇ ਐਮਪੀ ਨਜ਼ਰ ਆ ਰਹੇ ਨੇ। ਤੁਹਾਨੂੰ ਦੀਪਿੰਦਰ ਹੁੱਡਾ ਵੀ ਉੱਥੇ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ। ਪਰ ਪ੍ਰਤਾਪ ਬਾਜਵਾ ਟੇਬਲ ਦੇ ਉੱਤੇ ਚੜ ਗਏ। ਟੇਬਲ ਦੇ ਉੱਤੇ ਚੜ ਕੇ ਉਹਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ, ਵਿਰੋਧ ਕੀਤਾ ਗਿਆ। ਇੱਕ ਫਾਈਲ ਚੁੱਕੀ ਗਈ, ਫਾਈਲ ਲੱਗ ਰਹੀ ਹੈ ਜੋ ਉਹਨਾਂ ਦੇ ਹੱਥ ਦੇ ਵਿੱਚ ਹੈ ਤੇ ਫਾਈਲ ਉਹਨਾਂ ਦੇ ਵੱਲੋਂ ਜੋ ਚੇਅਰ ਦੇ ਉੱਤੇ ਉਸ ਸਮੇਂ ਸੀ ਰਾਜ ਸਭਾ ਦੇ ਉਪ ਸਭਾਪਤੀ, ਉਹਨਾਂ ਦੇ ਵੱਲ ਇਹ ਸੁੱਟੀ ਗਈ ਹੈ। ਇਹ ਫਾਈਲ ਸੁੱਟੀ ਗਈ ਹੈ ਉਹਨਾਂ ਦੇ ਵੱਲ। ਇਹ ਇਸ ਸਮੇਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਹਾਲਾਂਕਿ ਉਸ ਸਮੇਂ ਚੇਅਰ ਦੇ ਉੱਤੇ ਕੌਣ ਸੀ, ਉਪ ਰਾਸ਼ਟਰਪਤੀ ਸੀ ਜਾਂ ਨਹੀਂ ਸੀ, ਇਹ ਅਜੇ ਕਲੀਅਰ ਨਹੀਂ ਹੈ ਕਿਉਂਕਿ ਚੇਅਰ ਦੇ ਉੱਤੇ ਥੋੜੀ ਦੇਰ ਬਾਅਦ ਬਦਲਦੇ ਰਹਿੰਦੇ ਨੇ ਨੁਮਾਇੰਦੇ। ਪਰ ਇਹ ਜ਼ਬਰਦਸਤ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਤੇ ਪ੍ਰਤਾਪ ਬਾਜਵਾ ਨੇ ਇਹ ਜਿਹੜੀ ਫਾਈਲ ਹੈ ਉਸ ਵਾਲੇ ਪਾਸੇ ਸੁੱਟੀ ਹੈ ਜਿਸ ਪਾਸੇ ਲੱਗ ਰਿਹਾ ਕਿ ਚੇਅਰ ਹੈ ਉਪ ਸਭਾਪਤੀ ਦੀ। ਤਾਂ ਜ਼ਬਰਦਸਤ ਹੰਗਾਮਾ ਇਸ ਸਮੇਂ ਰਾਜ ਸਭਾ ਦੇ ਵਿੱਚ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਸਰਕਾਰ ਦੇ ਖਿਲਾਫ ਵਿਰੋਧੀਆਂ ਨੇ ਮੋਰਚਾ ਖੋਲ੍ਹਿਆ। ਦੂਜੇ ਪਾਸੇ ਅਸੀਂ ਕਿਸਾਨਾਂ ਦੀ ਗੱਲ ਕਰੀਏ ਤਾਂ ਪੈਰਲਲ ਉਹਨਾਂ ਦੇ ਵੱਲੋਂ ਕਿਸਾਨ ਸੰਸਦ ਲਗਾਈ ਜਾ ਰਹੀ ਹੈ ਜੰਤਰ ਮੰਤਰ ਦੇ ਉੱਤੇ। ਪਰ ਪਾਰਲੀਮੈਂਟ ਦੇ ਅੰਦਰ ਵੀ ਜ਼ਬਰਦਸਤ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ। ਰਾਜ ਸਭਾ ਦੇ ਮੈਂਬਰ ਨੇ ਪ੍ਰਤਾਪ ਬਾਜਵਾ, ਕਾਂਗਰਸ ਦੇ ਰਾਜ ਸਭਾ ਮੈਂਬਰ, ਤੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਨਾਲ ਵਿਰੋਧ ਜਤਾਇਆ ਗਿਆ। ਹਾਲਾਂਕਿ ਇਸ ਵਿਰੋਧ ਤੋਂ ਬਾਅਦ ਹੁਣ ਕੀ ਕੁਝ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਕੀ ਹੁੰਦਾ ਹੈ ਦੇਖਣਾ ਰਹੇਗਾ। ਪਰ ਆਪਣਾ ਵਿਰੋਧ ਉਹਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਤਾਇਆ ਗਿਆ। ਇਸ ਸਮੇਂ ਦੀ ਜੋ ਜਾਣਕਾਰੀ ਅਸੀਂ ਰੁਕ ਕਰਦੇ ਹਾਂ, ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਦਿੱਲੀ ਤੋਂ ਸਾਡੇ ਸਹਿਯੋਗੀ ਰਵੀ ਮਿਸ਼ਰਾ ਜੁੜਨਗੇ ਪਰ ਫਿਲਹਾਲ ਸਾਡੇ ਨਾਲ ਜੁੜ ਰਹੇ ਨੇ ਪੰਕਜ ਕਪਾਹੀ। ਪੰਕਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ? ਤਸਵੀਰਾਂ ਤਾਂ ਦੱਸ ਰਹੀਆਂ ਨੇ ਕਿ ਜ਼ਬਰਦਸਤ ਹੰਗਾਮਾ, ਜ਼ਬਰਦਸਤ ਵਿਰੋਧ ਹੋਇਆ ਰਾਜ ਸਭਾ ਦੇ ਅੰਦਰ ਤੇ ਖਾਸ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਵਿਰੋਧ ਕੀਤਾ ਗਿਆ। ਬਿਲਕੁਲ ਗੌਰਵ, ਅਜੇ ਤੱਕ ਅਸੀਂ ਦੇਖ ਰਹੇ ਸੀਗੇ ਕਿ ਪਾਰਲੀਮੈਂਟ ਦੀ ਪਰਿਸਰ ਦੇ ਅੰਦਰ ਜਿਹੜਾ ਵੈ ਤਖਤੀਆਂ ਲੈ ਕੇ ਮੈਂਬਰ ਪਾਰਲੀਮੈਂਟ ਖੜੇ ਹੋ ਰਹੇ ਸੀਗੇ, ਲੇਕਿਨ ਜਿਸ ਤਰੀਕੇ ਦੇ ਨਾਲ ਰਾਜ ਸਭਾ ਚੱਲੀ ਔਰ ਉਸ ਦੇ ਵਿੱਚ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਜੰਮ ਕੇ ਹੰਗਾਮਾ ਕਰ ਰਹੀਆਂ ਸੀ ਔਰ ਨਾਅਰੇਬਾਜ਼ੀ ਕਰ ਰਹੀਆਂ ਸੀ ਔਰ ਉਸ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਟੇਬਲ ਦੇ ਉੱਤੇ ਚੜ ਜਾਂਦੇ ਨੇ। ਟੇਬਲ ਦੇ ਉੱਤੇ ਇਹ ਤਸਵੀਰਾਂ ਜਿਹੜੀਆਂ ਨੇ ਅਹਿਮ ਤਸਵੀਰਾਂ ਨਜ਼ਰ ਆ ਰਹੀਆਂ ਕਿ ਕਿਸ ਤਰੀਕੇ ਨਾਲ ਪ੍ਰਤਾਪ ਸਿੰਘ ਬਾਜਵਾ ਜੋ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਰਾਜ ਸਭਾ ਤੋਂ, ਉਹ ਟੇਬਲ ਦੇ ਉੱਤੇ ਰਾਜ ਸਭਾ ਦੇ ਅੰਦਰ ਖੜੇ ਹੋ ਜਾਂਦੇ ਨੇ ਔਰ ਸਪੀਕਰ ਵਾਲੇ ਪਾਸੇ ਜਿੱਥੇ ਸਪੀਕਰ ਬੈਠੇ ਹੁੰਦੇ ਨੇ ਉਸ ਕੁਰਸੀ ਵਾਲੇ ਪਾਸੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜੀ ਖੇਤੀ ਕਾਨੂੰਨਾਂ ਦੀ ਕਾਪੀ ਹੈ ਉਹ ਬਕਾਇਦਾ ਤੌਰ ਤੇ ਸਪੀਕਰ ਵਾਲੇ ਪਾਸੇ ਸੁੱਟੀ ਜਾਂਦੀ ਹੈ। ਉਸ ਤੋਂ ਬਾਅਦ ਵੀ ਲਗਾਤਾਰ ਨਾਅਰੇਬਾਜ਼ੀ ਜਿਹੜੀ ਹੈ ਉਹ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੀ ਜਾ ਰਹੀ ਸੀਗੀ। ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਸੀਗੇ ਕਿ ਧੱਕੇ ਦੇ ਨਾਲ ਸਰਕਾਰ ਜਿਹੜੀ ਹੈ ਇਹ ਖੇਤੀ ਕਾਨੂੰਨਾਂ ਨੂੰ ਲੈ ਕੇ ਆਈ ਹੈ ਔਰ ਕਿਸਾਨ ਇਸ ਦਾ ਵਿਰੋਧ ਕਰ ਰਹੇ ਹੈ ਔਰ ਇਸੇ ਵਜ੍ਹਾ ਕਰਕੇ ਜਿਨ੍ਹਾਂ ਦੇ ਲਈ ਇਹ ਕਾਨੂੰਨ ਆਏ ਨੇ ਉਹੀ ਅਗਰ ਵਿਰੋਧ ਕਰ ਰਹੇ ਨੇ ਤਾਂ ਫਿਰ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਆ। ਲੇਕਿਨ ਕੇਂਦਰ ਸਰਕਾਰ ਤੇ ਗੁੱਸਾ ਜਿਹੜਾ ਵੈ ਜ਼ਾਹਰ ਕਰ ਰਹੇ ਸੀਗੇ ਔਰ ਇਸ ਵਿਚਾਲੇ ਜਿਸ ਤਰੀਕੇ ਨਾਲ ਟੇਬਲ ਤੇ ਤਸਵੀਰਾਂ ਇਹ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿ ਰਾਜ ਸਭਾ ਦੇ ਵਿੱਚ ਹੋ ਕੀ ਰਿਹਾ, ਰਾਜ ਸਭਾ ਦੇ ਵਿੱਚ ਹੰਗਾਮਾ ਕਿਸ ਤਰੀਕੇ ਦੇ ਨਾਲ ਹੋ ਰਿਹਾ, ਕਿਉਂਕਿ ਲਗਾਤਾਰ ਹੰਗਾਮਾ ਜਦੋਂ ਵੀ ਪਾਰਟੀਆਂ ਕਰਦੀਆਂ ਸੀਗੀਆਂ ਤਾਂ ਸਪੀਕਰ ਵੱਲੋਂ ਜਿਹੜਾ ਵੈ ਲਗਾਤਾਰ ਮੁਲਤਵੀ ਸਮਾਂ ਕਰ ਦਿੱਤਾ ਜਾਂਦਾ ਸੀਗਾ। ਕਈ ਦਿਨਾਂ ਤੋਂ ਜਿਹੜੀ ਪਾਰਲੀਮੈਂਟ ਚੱਲ ਨਹੀਂ ਰਹੀ ਸੀ, ਨਾ ਤਾਂ ਲੋਕ ਸਭਾ ਨਾ ਰਾਜ ਸਭਾ, ਲੇਕਿਨ ਅੱਜ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਹੰਗਾਮਾ ਜਿਹੜਾ ਵੈ ਉਹ ਰਾਜ ਸਭਾ ਦੇ ਅੰਦਰ ਦੇਖਣ ਨੂੰ ਮਿਲਿਆ। ਗੌਰਵ, ਬਿਲਕੁਲ, ਤਾਂ ਰਾਜ ਸਭਾ ਦੇ ਅੰਦਰ ਇਸ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸਦਨ ਦੇ ਵਿੱਚ ਵੇਲ ਦੇ ਵਿੱਚ ਪਹੁੰਚ ਗਏ ਕਾਂਗਰਸੀ ਆਗੂ, ਕਾਂਗਰਸ ਦੇ ਐਮਪੀ ਜਿਹੜੇ ਹੈਗੇ ਨੇ ਰਾਜ ਸਭਾ ਦੇ ਮੈਂਬਰ, ਤੇ ਉਹਨਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਉੱਥੇ ਕੀਤਾ ਗਿਆ। ਜ਼ਬਰਦਸਤ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਪੰਕਜ, ਇਹ ਕਲੀਅਰ ਹੈ ਕਿ ਸਿਰਫ ਖੇਤੀ ਕਾਨੂੰਨਾਂ ਨੂੰ ਲੈ ਕੇ ਹੋ ਰਿਹਾ ਸੀ ਕਿਉਂਕਿ ਕਾਂਗਰਸ ਲਗਾਤਾਰ ਪੈਗਾਸਸ ਜਾਸੂਸੀ ਕਾਂਡ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਦੀ ਨਜ਼ਰ ਆ ਰਹੀ ਸੀ ਤੇ ਪ੍ਰਤਾਪ ਬਾਜਵਾ ਦੇ ਵੱਲੋਂ ਜੋ ਚੁੱਕੇ ਇੱਕ ਫਾਈਲ ਲੱਗ ਰਹੀ ਹੈ ਉਹਨਾਂ ਦੇ ਹੱਥ ਦੇ ਵਿੱਚ ਸੁੱਟੀ ਗਈ ਹੈ, ਉਹ ਕੀ ਹੈ? ਕਿ ਉਹ ਖੇਤੀ ਕਾਨੂੰਨ ਦੀ ਕੋਈ ਫਾਈਲ ਹੈ ਜਾਂ ਉਸ ਦੀਆਂ ਕਾਪੀ ਹੈ? ਕੋਈ ਉਸ ਦੇ ਵਿੱਚ ਜਾਣਕਾਰੀ ਤੁਹਾਡੇ ਕੋਲ ਕੋਈ? ਪੰਕਜ, ਬਿਲਕੁਲ ਗੌਰਵ, ਇਸ ਵੇਲੇ ਨਿਊਜ਼ 8 ਨਾਲ ਗੱਲਬਾਤ ਵੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਹੋਈ ਹੈ। ਉਹਨਾਂ ਨੇ ਕਿਹਾ ਕਿ ਉਹ ਵਿਰੋਧ ਜ਼ਾਹਰ ਕਰ ਰਹੇ ਸੀ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ ਔਰ ਇਸੇ ਵਜ੍ਹਾ ਕਰਕੇ ਮਜਬੂਰੀ ਤੋਂ ਉਹਨਾਂ ਨੂੰ ਟੇਬਲ ਤੇ ਚੜ੍ਹਨਾ ਪਿਆ, ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਟੇਬਲ ਤੇ ਚੜ੍ਹਨਾ ਪਿਆ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜਿਸ ਤਰੀਕੇ ਦੇ ਨਾਲ ਸੁਣਵਾਈ ਸਪੀਕਰ ਵੱਲੋਂ ਨਹੀਂ ਕੀਤੀ ਜਾ ਰਹੀ ਸੀ ਔਰ ਇਸੇ ਵਜ੍ਹਾ ਕਰਕੇ ਇਹ ਫਾਈਲ ਜਿਹੜੀ ਹੈ ਫਾਈਲ ਖੇਤੀ ਕਾਨੂੰਨਾਂ ਦੀ ਉਹ ਕਾਪੀਆਂ ਨੇ ਉਹ ਬਕਾਇਦਾ ਤੌਰ ਤੇ ਉਸ ਪਾਸੇ ਸੁੱਟੀਆਂ ਗਈਆਂ ਨੇ। ਲੇਕਿਨ ਹੁਣ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਉੱਤੇ ਐਕਸ਼ਨ ਵੀ ਜਿਹੜਾ ਵੈ ਉਹ ਇਸ ਕਾਰਵਾਈ ਜਿਹੜੀ ਹੈ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਹੋ ਸਕਦੀ ਹੈ। ਸਸਪੈਂਡ ਜਿਹੜਾ ਵਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਕੀਤਾ ਜਾ ਸਕਦਾ ਹੈ। ਲੇਕਿਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਸਾਫ਼ ਕਹਿਣਾ ਨਿਊਜ਼ 18 ਤੇ ਉਹਨਾਂ ਨੇ ਕਿਹਾ ਕਿ ਉਹ ਕਿਸਾਨਾਂ
ਦੀ ਆਵਾਜ਼ ਇਸੇ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਅੰਦਰ ਅਤੇ ਪਾਰਲੀਮੈਂਟ ਦੇ ਬਾਹਰ ਉਠਾਉਂਦੇ ਰਹਿਣਗੇ, ਚਾਹੇ ਉਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਐਕਸ਼ਨ ਹੁੰਦਾ ਹੋਇਆ ਨਜ਼ਰ ਆਵੇ। ਠੀਕ ਹੈ ਪੰਕਜ, ਸ਼ੁਕਰੀਆ, ਧੰਨਵਾਦ। ਤੁਸੀਂ ਹੋਰ ਨਜ਼ਰ ਬਣਾਈ ਰੱਖੋ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਕਜ ਤੋਂ ਹੋਰ ਜਾਣਕਾਰੀ ਲੈਣ ਦੀ ਅੱਗੇ ਵੀ ਕੋਸ਼ਿਸ਼ ਕਰੀਏ। ਪਰ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸਦੇ ਹਾਂ, ਰਾਜ ਸਭਾ ਦੇ ਵਿੱਚ ਜ਼ਬਰਦਸਤ ਹੰਗਾਮਾ ਹੁੰਦਾ ਹੋਇਆ ਨਜ਼ਰ ਆਇਆ ਹੈ। ਰਾਜ ਸਭਾ ਦੇ ਵਿੱਚ ਪ੍ਰਤਾਪ ਬਾਜਵਾ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ, ਕਾਂਗਰਸ ਦੇ ਐਮਪੀਜ਼ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਹੈ ਤੇ ਇਸ ਨਾਅਰੇਬਾਜ਼ੀ ਦੇ ਵਿਚਾਲੇ ਇੱਕ ਟੇਬਲ ਦੇ ਉੱਤੇ ਵੇਲ ਦੇ ਵਿੱਚ ਪਹੁੰਚ ਜਾਂਦੇ ਨੇ। ਵੇਲ ਕਿਸ ਨੂੰ ਕਿਹਾ ਜਾਂਦਾ, ਜਿਹੜੀ ਚੇਅਰ ਹੁੰਦੀ ਹੈ ਜਿਸ ਦੇ ਉੱਤੇ ਮੌਜੂਦ ਹੁੰਦੇ ਨੇ ਉਪ ਸਭਾਪਤੀ ਰਾਜ ਸਭਾ ਦੇ, ਤਾਂ ਉਹਨਾਂ ਦੇ ਅੱਗੇ ਜਿਹੜੀ ਜਗ੍ਹਾ ਹੁੰਦੀ ਹੈ ਉਸ ਨੂੰ ਵੇਲ ਕਿਹਾ ਜਾਂਦਾ ਤੇ ਉੱਥੇ ਪਹੁੰਚ ਜਾਂਦੇ ਨੇ ਐਮਪੀ। ਪ੍ਰਦਰਸ਼ਨ ਕੀਤਾ ਜਾਂਦਾ ਹੈ ਤੇ ਪ੍ਰਦਰਸ਼ਨ ਦੇ ਵਿਚਾਲੇ ਪ੍ਰਤਾਪ ਬਾਜਵਾ ਇੱਕ ਟੇਬਲ ਦੇ ਉੱਤੇ ਲੱਗ ਰਿਹਾ ਕਿ ਚੜ ਗਏ ਤੇ ਉਸ ਤੋਂ ਬਾਅਦ ਉੱਥੇ ਉਹਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰਾ ਮਾਮਲਾ ਉੱਥੇ ਗਰਮਾਇਆ। ਖੇਤੀ ਕਾਨੂੰਨਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਹੈ। ਉਸ ਤੋਂ ਬਾਅਦ ਪ੍ਰਤਾਪ ਬਾਜਵਾ ਹੇਠਾਂ ਝੁਕਦੇ ਨੇ, ਉਹਨਾਂ ਦੇ ਵੱਲੋਂ ਇੱਕ ਫਾਈਲ ਚੁੱਕੀ ਜਾਂਦੀ ਹੈ ਤੇ ਫਾਈਲ ਚੁੱਕ ਕੇ ਵੀ ਉਹਨਾਂ ਦੇ ਵੱਲੋਂ ਸੁੱਟੀ ਜਾਂਦੀ ਹੈ ਤੇ ਫਾਈਲ ਜੋ ਨਜ਼ਰ ਆ ਰਿਹਾ ਕਿ ਉਹਨਾਂ ਦੇ ਵੱਲੋਂ ਜਿਹੜੇ ਰਾਜ ਸਭਾ ਦੇ ਵਿੱਚ ਉਪ ਸਭਾਪਤੀ ਬੈਠੇ ਹੁੰਦੇ ਨੇ ਉਹਨਾਂ ਦੀ ਚੇਅਰ ਦੇ ਵੱਲੋਂ ਫਾਈਲ ਸੁੱਟੀ ਗਈ। ਹਾਲਾਂਕਿ ਤਸਵੀਰ ਦੇ ਵਿੱਚ ਇਸ ਸਮੇਂ ਨਜ਼ਰ ਨਹੀਂ ਆ ਰਿਹਾ ਕਿ ਕੌਣ ਬੈਠਾ ਸੀ ਉਸ ਸਮੇਂ ਚੇਅਰ ਦੇ ਉੱਤੇ, ਕਿਉਂਕਿ ਰਾਜ ਸਭਾ ਦੇ ਜਿਹੜੇ ਨੂੰ ਸੰਚਾਲਿਤ ਕਰਦੇ ਨੇ ਉਹ ਉਪ ਰਾਸ਼ਟਰਪਤੀ ਹੁੰਦੇ ਨੇ। ਪਰ ਇਸ ਸਭ ਦੇ ਵਿਚਾਲੇ ਇਹ ਪ੍ਰਦਰਸ਼ਨ ਦੀਆਂ ਤਸਵੀਰਾਂ ਨੇ ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਹੰਗਾਮਾ ਰਾਜ ਸਭਾ ਦੇ ਅੰਦਰ ਹੁੰਦਾ ਹੋਇਆ ਨਜ਼ਰ ਆਇਆ ਹੈ। ਲੋਕ ਸਭਾ ਦੇ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਆਵਾਜ਼ ਚੁੱਕੀ। ਅਕਾਲੀ ਦਲ ਦੇ ਉਹ ਮੈਂਬਰ ਪਾਰਲੀਮੈਂਟ ਨੇ ਬਠਿੰਡਾ ਤੋਂ ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਤੁਸੀਂ ਖੇਤੀ ਕਾਨੂੰਨਾਂ ਤੇ ਗੱਲ ਕਿਉਂ ਨਹੀਂ ਕਰ ਰਹੇ ਤੇ ਕਾਂਗਰਸ ਨੂੰ ਵੀ ਉਹ ਘੇਰਦੇ ਨਜ਼ਰ ਆਏ ਕਿ ਤੁਸੀਂ ਪੈਗਾਸਸ ਜਾਸੂਸੀ ਕਾਂਡ ਨੂੰ ਲੈ ਕੇ 3.5 ਹਫ਼ਤੇ ਪਾਰਲੀਮੈਂਟ ਦੇ ਖਰਾਬ ਕਰ ਦਿੱਤੇ। ਹਰਸਿਮਰਤ ਕੌਰ ਬਾਦਲ ਦਾ ਬਿਆਨ ਸੀ ਜਦੋਂ ਲੋਕ ਸਭਾ ਦੇ ਅੰਦਰ ਬੋਲ ਰਹੇ ਸਨ ਤੇ ਉਸ ਤੋਂ ਬਾਅਦ ਜੀ ਪਲਾਂ ਦੇ ਵਿੱਚ ਇਹ ਤਸਵੀਰਾਂ ਵੀ ਸਾਹਮਣੇ ਆ ਗਈਆਂ ਜਦੋਂ ਰਾਜ ਸਭਾ ਦੇ ਵਿੱਚ ਇਸ ਜ਼ਬਰਦਸਤ ਹੰਗਾਮਾ ਤੇ ਪ੍ਰਤਾਪ ਬਾਜਵਾ ਜੋ ਇਸ ਸਮੇਂ ਨਜ਼ਰ ਆ ਰਹੇ ਨੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਤੁਹਾਨੂੰ, ਉਹਨਾਂ ਦੇ ਵੱਲੋਂ ਉੱਥੇ ਪ੍ਰਦਰਸ਼ਨ ਕੀਤਾ ਗਿਆ ਤੇ ਕੁਝ ਪ੍ਰਦਰਸ਼ਨ ਇਸ ਤਰੀਕੇ ਦੇ ਨਾਲ ਕਾਂਗਰਸ ਦੇ ਐਮਪੀ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਵੇਲ ਦੇ ਵਿੱਚ ਪਹੁੰਚ ਗਏ ਤੇ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਕਿਸਾਨੀ ਮੁੱਦਿਆਂ ਨੂੰ ਲੈ ਕੇ, ਖੇਤੀ ਕਾਨੂੰਨਾਂ ਨੂੰ ਲੈ ਕੇ ਤੇ ਇੱਕ ਫਾਈਲ ਚੁੱਕਦੇ ਨੇ। ਪੂਰਾ ਸੀਕੁਐਂਸ ਜੇਕਰ ਤੁਸੀਂ ਦੇਖੋ ਤਾਂ ਪ੍ਰਤਾਪ ਬਾਜਵਾ ਇੱਕ ਟੇਬਲ ਦੇ ਉੱਤੇ ਲੱਗ ਰਿਹਾ ਕਿ ਖੜੇ ਹੋਏ ਨੇ, ਉਸ ਟੇਬਲ ਦੇ ਉੱਤੇ ਚੜ ਕੇ ਲਗਾਤਾਰ ਨਾਅਰੇਬਾਜ਼ੀ ਹੋ ਰਹੀ ਆ। ਉਹਨਾਂ ਦੇ ਸਾਥੀ ਜਿਹੜੇ ਕਾਂਗਰਸ ਦੇ ਰਾਜ ਸਭਾ ਮੈਂਬਰ ਨੇ ਉਹ ਵੀ ਵੇਲ ਦੇ ਵਿੱਚ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਉੱਥੇ ਨਾਅਰੇਬਾਜ਼ੀ ਕੀਤੀ ਗਈ। ਦੀਪਿੰਦਰ ਹੁੱਡਾ ਤੁਹਾਨੂੰ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤੇ ਉਹ ਵੀ ਉੱਥੇ ਪ੍ਰਦਰਸ਼ਨ ਕਰਦੇ, ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਪਰ ਫਿਰ ਪ੍ਰਤਾਪ ਬਾਜਵਾ ਝੁਕਦੇ ਨੇ, ਟੇਬਲ ਦੇ ਉੱਤੋਂ ਇੱਕ ਫਾਈਲ ਚੁੱਕਦੇ ਨੇ ਤੇ ਉਸ ਟੇਬਲ ਤੋਂ ਹੀ ਖੜੇ ਹੋ ਕੇ ਉਸ ਫਾਈਲ ਨੂੰ ਜਿਹੜੇ ਰਾਜ ਸਭਾ ਦੇ ਉਪ ਸਭਾਪਤੀ ਨੇ ਉਹਨਾਂ ਦੇ ਵੱਲ ਸੁੱਟ ਦਿੱਤਾ ਜਾਂਦਾ ਹੈ। ਵੱਡੀ ਖਬਰ ਦੇ ਉੱਤੇ ਬਣੇ ਹੋਏ ਆ, ਰੁਕ ਰਹੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ।